ਸਾਰੰਗ ਪਾਣੀ ਬਹੁਤ ਚਿਰ ਹੋ ਗਿਆ ਅਕਾਲ ਪੁਰਖ ਜੀ ਨੂੰ ਦੇਖਿਆ ਹੋਇਆ। ਚਿਰ ਹੋ ਗਿਆ ਚਿਰ। ਯੁੱਗ ਦੇ ਯੁੱਗ ਨਿਕਲ ਗਏ, ਮਨ ਵਾਪਸ ਨਹੀਂ ਮੁੜ ਸਕਿਆ। ਉਹ ਖੇਡ ਮਹਾਰਾਜ ਸਮਝਾ ਰਹੇ ਗੁਰਬਾਣੀ ਗੁਰੂ ਦੇ ਵਿੱਚੋਂ ਕਿ ਕਿਵੇਂ ਘਰ ਜਾ ਸਕਦਾ ਹੈ। ਗਿਆਨ ਦੇ ਰਹੇ ਇਹਨੂੰ, ਕਿਉਂਕਿ ਇਸ ਇਲਾਕੇ ਦੇ ਵਿੱਚ ਵਿਚਰਦਿਆਂ ਹੋਇਆ ਇਹਨੂੰ ਮੋਹ ਪੈ ਗਿਆ। ਇਹਨੂੰ ਕੀ ਪੈ ਗਿਆ? ਮੋਹ। ਸਭ ਤੋਂ ਪਹਿਲੀ ਕੰਧ ਜਿਹੜੀ ਤਿਆਰ ਹੋਈ ਮਨ ਦੀ, ਉਹ ਮੋਹ ਦੀ ਕੰਧ ਆ। ਉਹੀ ਨਹੀਂ ਕੱਟੀ ਜਾ ਰਹੀ, ਉਹੀ ਨਹੀਂ ਕੱਟੀ ਜਾ ਰਹੀ। ਉਹਦੇ ਕਰਕੇ ਹੀ ਆ ਮਨ ਵਾਰ-ਵਾਰ ਜੋਨਾਂ ਦੇ ਵਿੱਚ ਆ ਰਿਹਾ ਆ। ਸੰਸਾਰ ਦੇ ਵਿੱਚ ਮੋਹ ਪੈ ਗਿਆ। ਮਹਾਰਾਜ ਪੇਦੇ ਨੇ ਗੁਰਬਾਣੀ ਦੇ ਵਿੱਚ ਮਾਇਆ ਮਮਤਾ ਮੋਹਣੀ। ਇਹ ਜਿਹੜੀ ਮਾਇਆ ਨੇ ਜਾਲ ਵਿਛਾਇਆ ਆ, ਇਹ ਹੈ ਨਕਲੀ। ਕੀ ਆ? ਨਕਲੀ ਆ। ਸੱਚ ਕੁਛ ਵੀ ਨਹੀਂ, ਝੂਠ ਆ ਸਭ। ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋ ਰੇ ਮੀਤ। ਮਨ ਨਹੀਂ ਮੰਨ ਰਿਹਾ, ਮਨ ਨਹੀਂ ਮੰਨ ਰਿਹਾ। ਮਨ ਇਹ ਮਾਇਆ ਦੇ ਪਿੱਛੇ ਲੱਗ ਕੇ ਇਹਨੂੰ ਸੱਚ ਜਾਣ ਬੈਠਾ, ਔਰ ਇਤਨਾ ਕਿ ਸੱਚ ਜਾਣ ਬੈਠਾ ਕਿ ਸੱਚ ਨੂੰ ਹੀ ਭੁੱਲ ਗਿਆ। ਨਿਰਾਕਾਰ ਨੂੰ ਭੁੱਲ ਗਿਆ, ਅਕਾਲ ਪੁਰਖ ਜੀ ਨੂੰ ਭੁੱਲ ਗਿਆ, ਮਾਲਿਕ ਨੂੰ ਭੁੱਲ ਗਿਆ, ਮਾਲਿਕ ਦੀ ਹੋਂਦ ਨੂੰ ਭੁੱਲ ਗਿਆ, ਨਾਮ ਨੂੰ ਭੁੱਲ ਗਿਆ। ਇਹ ਮਾਇਆ ਘਰ ਕਰਕੇ ਬਹਿ ਗਈ ਅੰਦਰ। ਇਹ ਖੇੜਾ ਨਹੀਂ ਛੱਡ ਰਹੀ। ਯੁੱਗ ਦੇ ਯੁੱਗ ਨਿਕਲ ਗਏ। ਭਗਤੀ ਪਹਿਲੇ ਵੀ ਕਰਦਾ ਰਿਹਾ, ਦਰਾਂ ਤੇ ਬੈਠਦਾ ਰਿਹਾ। ਦਰਾਂ ਤੇ ਕਿਹੜੇ? ਦਸਮ ਦੁਆਰ ਤੇ ਤਾਂ ਬੈਠਣ ਦਾ ਪੇਜ ਹੀ ਨਹੀਂ ਆਇਆ। ਜਿੱਥੇ ਜਿੱਥੇ ਮਤ ਆਈ ਸੰਸਾਰ ਦੇ ਵਿੱਚ ਭ੍ਰਮਣ ਕਰਦਾ ਰਿਹਾ। ਕਦੀ ਕਿਹੜੀ ਥਾਂ ਤੋਂ ਬਹਿ ਗਿਆ, ਕਦੀ ਕਿਹੜੀ ਥਾਂ ਤੋਂ ਬਹਿ ਗਿਆ। ਗਿਆਨ ਵੀ ਇਕੱਠਾ ਕਰਦਾ ਰਿਹਾ, ਬਹੁਤ ਕੁਛ ਇਕੱਠਾ ਕਰਦਾ ਰਿਹਾ, ਲੇਕਿਨ ਮਾਇਆ ਨੇ ਖੇੜਾ ਨਹੀਂ ਛੱਡਾ। ਤੇ ਮਹਾਰਾਜ ਗਿਆਨ ਦੇ ਰਹੇ ਗੁਰਬਾਣੀ ਗੁਰੂ ਦੇ ਵਿੱਚ, ਇਹ ਮਾਇਆ ਦੇ ਕਰਕੇ ਹੀ ਮਹਾਰਾਜ ਗੁਰਬਾਣੀ ਦੇ ਵਿੱਚ ਕਲਮਬੰਦ ਕੀਤਾ ਸ਼ਬਦ ਜੈਸਾ ਸੰਗ ਵਿਸਿਰ ਕਾ ਹੈ ਰੇ ਤੈਸੋ ਹੀ ਪਰ ਗ੍ਰਹਿ। ਪਰ ਇਹ ਮਨ ਨੂੰ ਏਦਾਂ ਦੀ ਆਦਤ ਪੈ ਗਈ, ਲੱਤ ਪੈ ਗਈ ਇੱਕ, ਕਿ ਛਿਨ ਸਮੇਂ ਬਾਅਦ ਭੁੱਲ ਜਾਂਦਾ ਆ। ਇਹਨੂੰ ਨੇਤਰਾਂ ਦੇ ਸਾਹਮਣੇ ਦਿਸ ਰਿਹਾ ਸਾਰਾ ਕੁਝ ਕਿ ਇਹ ਉਪਜ ਰਿਹਾ ਆ, ਨਿਪਜ ਰਿਹਾ ਆ, ਪਰ ਫਿਰ ਵੀ ਇਹ ਮਾਇਆ ਨੂੰ ਨਹੀਂ ਛੱਡਦਾ। ਮਾਇਆ ਨੂੰ ਨਹੀਂ ਛੱਡਦਾ। ਜਿਹੜੀ ਨੇਤਰਾਂ ਦੇ ਸਾਹਮਣੇ ਵਿੰਸ ਰਹੀ ਆ, ਉਹਨੂੰ ਨਹੀਂ ਛੱਡਦਾ। ਮੋਹ ਪਾ ਲਿਆ ਇਹਦੇ ਨਾਲ। ਇਹ ਮੋਹ ਦੇ ਕਰਕੇ ਹੀ ਇਹਦੇ ਗਲ ਦੇ ਵਿੱਚ ਇਹੋ ਜਿਹੀ ਫੰਦੀ ਪੈ ਗਈ, ਜਿਹੜੀ ਯੁੱਗ ਦੇ ਯੁੱਗ ਬੀਤ ਗਏ, ਕੱਟੀ ਨਹੀਂ ਜਾ ਰਹੀ। ਗੁਰਬਾਣੀ ਦੇ ਵਿੱਚ ਖੇਡ ਜਦੋਂ ਮਹਾਰਾਜ ਸਮਝਾ ਰਹੇ ਆ ਆਪਾਂ ਨੂੰ, ਮਹਾਰਾਜ ਗਿਆਨ ਦਿੰਦੇ, ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਤਾਂ ਮਾਇਆ ਨੂੰ ਆਗਿਆਕਾਰੀ ਕੀਤਾ ਅਕਾਲ ਪੁਰਖ ਜੀ ਨੇ, ਖੇਡ ਬਣਾ ਦੀ। ਲੇਕਿਨ ਮਨ ਮਾਇਆ ਤੇ ਇਤਨਾ ਜ਼ਿਆਦਾ ਮੋਹਿਤ ਹੋ ਗਿਆ, ਇਤਨਾ ਮੋਹਿਤ ਹੋ ਗਿਆ। ਇਹ ਆਪਾਂ ਕੋਈ ਪੁਰਾਣੀ ਕਥਾ ਕਹਾਣੀਆਂ ਨਹੀਂ ਵਿਚਾਰ ਰਹੇ। ਜਿਸ ਕਾਇਆ ਦੇ ਵਿੱਚ ਆਪਾਂ ਬੈਠੇ ਆ, ਜਿਸ ਕਾਇਆ ਦੇ ਵਿੱਚ ਆਪਾਂ ਬੈਠੇ ਆ, ਇਹਦੀ ਖੇਡ ਸਮਝਾ ਰਹੇ ਮਹਾਰਾਜ। ਇਹਦੇ ਨਾਲ ਹੀ ਇਤਨਾ ਮੋਹ ਪੈ ਗਿਆ। ਜਿੱਥੇ ਜਾਊਗਾ ਇਹਨੂੰ ਨਾਲ ਲੈ ਕੇ ਜਾਂਦਾ ਆ, ਇਹਨੂੰ ਆਪ ਦਾ ਆਪਾ ਜਾਣਦਾ ਆ। ਇਹੀ ਇਹਦਾ ਖੇੜਾ ਨਹੀਂ ਛੱਡ ਰਹੀ, ਇਹਦਾ ਖੇੜਾ ਨਹੀਂ ਛੱਡ ਰਹੀ। ਇਹਨੂੰ ਹੀ ਪਾਲਣ ਦੇ ਲਈ ਇਹ ਕਰਮ ਕਰ ਰਿਹਾ ਆ, ਚੰਗੇ ਮਾੜੇ ਵੱਧ ਤੋਂ ਵੱਧ ਕਰ ਰਿਹਾ ਆ। ਜੋ ਕੁਛ ਕਰ ਰਿਹਾ ਆ ਇਹਦੇ ਕਰਕੇ ਕਰ ਰਿਹਾ ਆ, ਤੇ ਕਾਇਆ ਤੇ ਮੋਹ ਪੈ ਗਿਆ। ਕਹਿੰਦੇ ਮਹਾਰਾਜ ਗੁਰਬਾਣੀ ਦੇ ਵਿੱਚ, ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਬ੍ਰਹਮ ਬੁਲਾਇਆ। ਇਸ ਸਰੀਰ ਨੂੰ ਸੱਚ ਜਾਣਦਿਆਂ ਹੋਇਆਂ ਭੁਲੇਖੇ ਦੇ ਵਿੱਚ ਪੈ ਗਿਆ। ਆਪਾਂ ਵਿਚਾਰ ਜਦੋਂ ਸਰਵਣ ਕਰਦੇ ਹਾਂ, ਆਪਾਂ ਸੋਚਦੇ ਕੋਈ ਪੁਰਾਣੀ ਕਥਾ ਕਹਾਣੀ ਦੀ ਉਦਾਹਰਣ ਆ, ਲੇਕਿਨ ਨਹੀਂ। ਜਿਹੜੀ ਕਾਇਆ ਨੂੰ ਆਪਾਂ ਲਏ ਬੈਠੇ ਆ,
ਇਹ ਮਨ ਬੈਠਾ ਆ ਜਿਸ ਕਾਇਆ ਦੇ ਵਿੱਚ, ਐਸੀ ਕਾਇਆ ਨੂੰ ਰੱਖਦੇ ਹੋਇਆ ਮੂਹਰੇ ਮਹਾਰਾਜ ਸਮਝਾ ਰਹੇ ਆ। ਕਹਿੰਦੇ ਸਭ ਤੋਂ ਪਹਿਲੀ ਜਿਹੜੀ ਮਾਇਆ ਆ ਇਹੀ ਆ, ਮਨ ਨੂੰ ਨਹੀਂ ਸਮਝ ਆ ਰਹੀ। ਇਸ ਮਾਇਆ ਦੇ ਨਾਲ ਹੀ ਇਹ ਘਰ ਪਰਿਵਾਰ, ਰਿਸ਼ਤੇ ਨਾਤੇ, ਧਨ ਦੌਲਤ, ਪ੍ਰਾਪਰਟੀਆਂ, ਸੁੱਖ ਸਹੂਲਤਾਂ ਸਭ ਇਹਦੇ ਕਰਕੇ ਜੁੜੀਆਂ ਹਨ। ਜੇ ਮਨ ਨੂੰ ਇਹ ਤੋਂ ਮੋਹ ਪਿਆ ਤੇ ਇਹਦੇ ਲਈ ਜਿਹੜੀਆਂ ਜ਼ਰੂਰਤਾਂ ਥੀਆਂ, ਲੋੜ ਥੀ ਇਹਦੀ, ਉਹ ਇਕੱਠੀਆਂ ਕਰਨ ਦੇ ਵਿੱਚ ਲੱਗ ਗਿਆ, ਫਿਰ ਉਹਨਾਂ ਦੇ ਨਾਲ ਮੋਹ ਪੈ ਗਿਆ। ਤੇ ਮਹਾਰਾਜ ਗਿਆਨ ਦਿੰਦੇ ਗੁਰਬਾਣੀ ਦੇ ਵਿੱਚ, ਹੁਣ ਇਹ ਫੰਦੀ ਕਿਵੇਂ ਕੱਟੀ ਜਾਊਗੀ ਮੋਹ ਦੀ, ਇਹ ਤਾਂ ਕੱਟੀ ਨਹੀਂ ਜਾ ਰਹੀ। ਇਹ ਕੱਟੀ ਜਾਊਗੀ ਜੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਪ੍ਰੇਮ ਹੋ ਜਾਵੇ ਤੇ ਮੋਹ ਦੀ ਫੰਦੀ ਕੱਟ ਜੂਗੀ। ਕਿ ਮੋਹ, ਇਹ ਮਾਇਆ, ਇਹ ਮਮਤਾ, ਇਹ ਤਾਂ ਹਿਰਦੇ ਦੇ ਵਿੱਚ, ਮਨ ਦੇ ਵਿੱਚ ਕਰ ਕਰਕੇ ਬਹਿ ਗਈ, ਇਹ ਨਿਕਲਦੀ ਹੀ ਨਹੀਂ। ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਪ੍ਰਾਪਰਟੀ, ਮੇਰੇ ਮਿੱਤਰ, ਭੈਣ ਭਰਾ, ਬਸ ਮੇਰਾ, ਜਿੰਨਾ ਕੁਛ ਹੈ ਮੇਰਾ, ਇਹ ਮੋਹ ਪੈ ਗਿਆ। ਇਹ ਮੋਹ ਹੀ ਇਹਨੂੰ ਦੁੱਖ ਦੇ ਰਿਹਾ ਆ। ਇਹ ਜਿਹੜਾ ਦੁੱਖ ਮਨ ਨੂੰ ਹੁੰਦਾ ਆ, ਮੋਹ ਕਰਕੇ ਹੁੰਦਾ। ਮੋਹ ਕਿਉਂਕਿ ਮਨ ਮਾਇਆ ਨੂੰ ਸੱਚ ਕਰਕੇ ਜਾਣ ਲੈਂਦਾ ਆ। ਜਦੋਂ ਸੱਚ ਕਰਕੇ ਜਾਣ ਲੈਂਦਾ ਆ, ਜਦੋਂ ਮਾਇਆ ਸਾਥ ਛੱਡਦੀ ਆ, ਫਿਰ ਵਿਰਾਗ ਕਰਦਾ ਆ। ਮਹਾਰਾਜ ਕਹਿੰਦੇ माया आई तो गर्व करत है, गई माया तो रोवन लगत है, माटी का पुतला कैसे नचत है। ਜੇ ਮਾਇਆ ਆ ਜਾਂਦੀ ਹੈ ਤੇ ਹੰਕਾਰ ਕਰਦਾ ਆ, ਜੇ ਚਲੀ ਗਈ ਤਾਂ ਵਿਰਾਗ ਕਰਦਾ ਆ। ਇਹਨੂੰ ਭਰਮ ਪੈ ਗਿਆ, ਸਿਰਫ ਮੋਹ ਦੇ ਕਰਕੇ ਭਰਮ ਪੈ ਗਿਆ। ਜੇ ਇਹਦਾ ਮੋਹ ਟੁੱਟ ਜਾਵੇ ਫਿਰ ਤਾਂ ਇੱਕ ਖੇਡ ਆਇਆ। ਮਹਾਰਾਜ ਕਹਿੰਦੇ ਆ ਤਾਂ ਖੇਡ ਆ। ਉਪਜੈ ਨਿਪਜੈ, ਨਿਪਜ ਸਮਾਈ, ਨੈਨੋ ਦੇਖੀ ਇਹ ਜਗ ਜਾਈ, लाज मरो कहो घर मेरा, अंत की वार नहीं किछ तेरा। पर नहीं समझ आ रही बंदे, क्यों नहीं समझ आ रही? क्योंकि मोह है, मोह। मेरा परिवार उत्थे बैठा या मैं जाना या मैं ए करना या फिर मैं करना या फिर मैं करना, दिन रात इनू वेल ही नहीं है, वेला ही नहीं है। महाराज ने गुरबाणी ਦੇ ਵਿੱਚ ਇਹ ਨਹੀਂ ਮਨਾ ਕੀਤਾ ਕਿ ਆਪਾਂ ਕਰਮ ਨਹੀਂ ਕਰਨਾ, ਲੇਕਿਨ ਮਹਾਰਾਜ ਇਹ ਖੇਡ ਸਮਝਾ ਰਹੇ ਆ ਕਿ ਮਨ ਜੋਨਾਂ ਦੇ ਵਿੱਚ ਵਾਰ-ਵਾਰ ਕਿਉਂ ਜਾ ਰਿਹਾ ਆ। ਇਸ ਕਰਕੇ ਜਾ ਰਿਹਾ ਆ ਕਿਉਂਕਿ ਇਹਨੂੰ ਇਹ ਭੁਲੇਖਾ ਪਿਆ ਹੋਇਆ ਆ ਕਿ ਜੋ ਕੁਛ ਮੈਂ ਦੇਖ ਰਿਹਾ ਆ, ਜੋ ਕੁਛ ਜਿਸ ਇਲਾਕੇ 'ਚ ਮੈਂ ਖੇਡ ਰਿਹਾ, ਇਹ ਸੱਚ ਹੈ। ਇਹ ਭੁਲੇਖਾ ਆ। ਆਕਾਰਾਂ ਤੋਂ ਪਹਿਲੇ ਜਿਹੜਾ ਨਿਰਾਕਾਰ ਬੈਠਾ ਆ, ਅਕਾਲ ਪੁਰਖ ਪਰਮਾਤਮਾ, ਉਹ ਇਹਨੂੰ ਨਜ਼ਰ ਨਹੀਂ ਆਉਂਦਾ। ਉਹਨੂੰ ਦੇਖਣ ਵਾਲੀ ਇਹਦੀ ਅੱਖ ਨਹੀਂ ਹੈਗੀ। ਇਸ ਕਰਕੇ ਮਾਇਆ ਦੇ ਗਰਭ ਦੇ ਵਿੱਚ ਹੀ ਵਾਰ-ਵਾਰ ਆਈ ਜਾ ਰਿਹਾ। ਉਹਦੇ ਵਿੱਚ ਇਤਨਾ ਧਿਆਨ ਪ੍ਰਪੱਖ ਹੋ ਗਿਆ ਕਿ ਸਵਾਸਾ ਰੂਪੀ ਧਨ ਪੂਰਾ ਹੋ ਜਾਂਦਾ ਆ, ਧਿਆਨ ਮਾਇਆ ਦੇ ਵਿੱਚ ਲੈ ਜਾਂਦਾ, ਦੂਜਾ ਕਪੜਾ ਮਿਲ ਜਾਂਦਾ। ਜੇ ਇਹ ਧਿਆਨ ਸ਼ਬਦ ਦੇ ਵਿੱਚ ਲੱਗ ਜਾਵੇ ਤੇ ਫਿਰ ਇਹਦਾ ਖੇੜਾ ਛੱਡ ਜੂਗਾ। ਇਹ ਧਿਆਨ ਸ਼ਬਦ ਦੇ ਵਿੱਚ ਲੱਗ ਜਾਵੇ ਤੇ ਫਿਰ ਖੇੜਾ ਛੱਡ ਜੂਗਾ। ਤੇ ਮਹਾਰਾਜ ਗਿਆਨ ਦੇ ਰਹੇ ਕਹਿੰਦੇ ਵੀ ਜਿਸ ਹਿਰਦੇ 'ਚ ਮਾਇਆ ਵਸੀ ਹੋਈ ਆ, ਅਗਰ ਉਹਦੇ ਵਿੱਚ ਸ਼ਬਦ ਵਸ ਜਾਵੇ ਤੇ ਮਨ ਮਾਇਆ ਤੋਂ ਉੱਪਰ ਉੱਠ ਸਕਦਾ ਆ, ਇਹ ਕਾਇਆ ਤੋਂ ਬਾਹਰ ਨਿਕਲ ਸਕਦਾ ਆ। ਤੇ ਆਓ ਆਪਾਂ ਸਾਰੇ ਜੀ ਬੜੇ ਪਿਆਰ ਨਾਲ ਨੇਤਰ ਬੰਦ ਕਰਨੇ ਆ। ਨੇਤਰ ਬੰਦ ਕਰਦੇ ਹੋਇਆ ਸਿਮਰਨ ਅਭਿਆਸ ਕਰਨਾ ਆ, ਧੁਨ ਦੇ ਵਿੱਚ ਧਿਆਨ ਧਰਦੇ ਹੋਇਆ। ਜਦੋਂ ਆਪਾਂ ਜਿਹੜੀ ਖੇਡ ਸਿੱਖ ਰਹੇ ਸਾਰੇ ਜੀ, ਇਹ ਗੁਰਮੁਖ ਪਿਆਰੂ ਆਪਾਂ ਸਾਰੇ ਹੀ ਜਾਣਦੇ ਆ, ਕੋਈ ਸਾਧਾਰਨ ਖੇਡ ਨਹੀਂ ਹੈ। ਇਹ ਗੱਲਾਂ ਦੀ ਖੇਡ ਨਹੀਂ ਹੈ। ਇਹ ਔਖੀ ਖੇਡ ਆ, ਔਖੀ। ਇਹਦੇ ਵਿੱਚ ਸਾਰਾ ਕੁਝ ਸਮਰਪਿਤ ਕਰਨਾ ਪਊਗਾ, ਸਾਰਾ ਕੁਝ ਛੱਡਣਾ ਪਊਗਾ। ਆਪਾਂ ਜਿਨ ਭਗਤ ਸਾਹਿਬਾਨ ਜੀ ਦੀ ਬਾਣੀ ਵਿਚਾਰਦੇ ਆ,
ਉਹ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਕਿਸੇ ਤਰੀਕੇ ਨਾਲ ਸਮਰਪਿਤ ਹੋਏ, ਸਾਰਾ ਕੁਛ ਛੱਡ ਦਿਆ ਉਹਨਾਂ ਨੇ, ਸਾਰਾ ਕੁਛ। ਤੇ ਸਾਨੂੰ ਵੀ ਅੰਦਰੋਂ ਸਾਰਾ ਕੁਛ ਛੱਡਣਾ ਪਊਗਾ, ਸਮਰਪਿਤ ਹੋਣਾ ਪਊਗਾ। ਕਾਲ ਉਸ ਚੀਜ਼ ਦਾ ਹੀ ਟੈਸਟ ਪੈਨ ਲਊਗਾ, ਉਸ ਚੀਜ਼ ਦਾ ਹੀ ਜ਼ੋਰ ਲਾਊਗਾ, ਜਿਹੜੀ ਚੀਜ਼ ਦੇ ਨਾਲ ਮੋਹ ਹੋਊਗਾ, ਕਿਉਂਕਿ ਕਾਲ ਨੂੰ ਕਮਜ਼ੋਰੀ ਪਤਾ ਹੁੰਦੀ ਹੈ ਵੀ ਇਹਨੂੰ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ ਆ। ਉਹ ਉਹੀ ਵਾਰ ਕਰੂਗਾ ਜਿਹਦੇ ਰਾਹੀਂ ਕਿ ਮਨ ਪੈ ਫਰਕ ਪੜੇ, ਮਨ ਸੋਚਣ ਦੇ ਲਈ ਮਜਬੂਰ ਹੋ ਜਾਵੇ, ਮਨ ਖੜ ਜਾਵੇ। ਬਹੁਤ ਬਰੀਕੀ ਦਾ ਖੇਡ ਆ। ਮਹਾਰਾਜ ਜਦੋਂ ਗੁਰਬਾਣੀ ਦੇ ਵਿੱਚ ਖੇਡ ਸਮਝਾਉਂਦੇ ਆ, ਮਹਾਰਾਜ ਨੇ ਖੇਡ ਸਮਝਾਈ, ਖੇਡ ਵੀ ਕੁਛ ਨਹੀਂ ਆ, ਲੇਕਿਨ ਖੇਲ ਵੀ ਇਤਨੀ ਵੱਡੀ ਆ ਕਿ ਇਹਦੀ ਬਰਾਬਰ ਵੱਡੀ ਖੇਲ ਵੀ ਕੋਈ ਨਹੀਂ ਆ। ਜਿਸ ਏਰੀਏ ਨੂੰ ਅਸੀਂ ਆਪਣੇ ਨੇਤਰਾਂ ਨਾਲ ਦੇਖਦੇ ਹਾਂ ਸਾਹਮਣੇ, ਬਸ ਇੱਥੇ ਹੀ ਜਾਣਾ ਆ, ਬਹੁਤੀ ਦੂਰ ਵੀ ਨਹੀਂ ਜਾਣਾ, ਸਿਰਫ ਇੱਥੇ ਸਾਹਮਣੇ ਹੀ ਜਾਣਾ ਹੈ, ਲੇਕਿਨ ਨਹੀਂ ਜਾਇਆ ਜਾ ਰਿਹਾ। ਇੱਥੇ ਹੀ ਬੈਠਾ ਹੈ ਉਹ ਜਿਹਨੇ ਸਾਰੀ ਦੁਨੀਆ ਬਣਾਈ ਆ, ਉਹ ਸਾਨੂੰ ਦੇਖ ਰਿਹਾ ਆ, ਉਹ ਨਹੀਂ ਕਿਸੇ ਨੂੰ ਨਜ਼ਰ ਆ ਰਿਹਾ। ਉਹ ਵੇਖੈ ਉਹ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾੜ, ਉਹ ਕਹਿੰਦੇ ਉਹ ਦੇਖ ਰਿਹਾ ਖੇਡ ਨੂੰ ਰਚਾ ਕੇ ਸਾਰਿਆਂ ਨੂੰ, ਲੇਕਿਨ ਉਹ ਨਹੀਂ ਨਜ਼ਰ ਆਉਂਦਾ। ਇੱਥੇ ਸਾਹਮਣੇ ਹੀ ਜਾਣਾ ਹੈ, ਲੇਕਿਨ ਮਨ ਨੂੰ ਨਹੀਂ ਸਮਝ ਆ ਰਹੀ, ਕਿਉਂਕਿ ਮਾਇਆ ਨੂੰ ਇਤਨਾ ਪ੍ਰਪੱਖ ਕਰ ਲਿਆ, ਇਹਨੂੰ ਸਰੀਰ ਨੂੰ ਇਤਨਾ ਫੜ ਲਿਆ, ਇਤਨਾ ਫੜ ਲਿਆ, ਇਤਨਾ ਫੜ ਲਿਆ ਕਿ ਜਿਵੇਂ ਇੱਕ ਕਦਮ ਵੀ ਚੁੱਕੂਗਾ ਤੇ ਸਰੀਰ ਨਾਲ ਤੁਰਦਾ ਆ, ਇਹ ਪਿੱਛੇ ਰਹਿੰਦਾ ਹੀ ਨਹੀਂ। ਤੇ ਨਾਲੇ ਇਹਦੇ ਨਾਲ ਜਿਤਨਾ ਕੁਝ ਜੁੜਿਆ ਹੋਇਆ ਉਹ ਵੀ ਨਾਲ ਤੁਰਦਾ ਆ ਮਨ ਦੇ। ਇਹੀ ਹੈ ਕਾਲ ਦਾ ਬੰਦੀਖਾਨਾ, ਇਹੀ ਹੈ ਜਾਲ। ਜੇ ਉਹ ਕੱਟਿਆ ਜਾਵੇ, ਜੇ ਮੋਹ ਟੁੱਟ ਗਿਆ ਸੰਸਾਰ ਤੋਂ, ਤੇ ਫਿਰ ਮਨ ਰਾਜਾ ਆ। ਮੋਹ ਦੇ ਕਰਕੇ ਮਨ ਭਿਖਾਰੀ ਆ। ਸੰਸਾਰ ਦੇ ਵਿੱਚ ਮੋਹ ਪੈ ਗਿਆ, ਇਸ ਕਰਕੇ ਭਿਖਾਰੀ ਆ। ਜੇ ਮੋਹ ਟੁੱਟ ਜਾਵੇ ਤਾਂ ਰਾਜਾ ਆ। ਤੇ ਬਹੁਤ ਬਰੀਕੀ ਦਾ ਮਾਰਗ ਹੈ, ਖਿਨਿਓ ਤਿੱਖੀ ਵਾਲੋ ਨਿੱਖੀ ਇਤ ਮਾਰਗ ਜਾਣਾ। ਬਹੁਤ ਬਰੀਕੀ ਦਾ ਮਾਰਗ ਆ, ਬਹੁਤ ਬਰੀਕੀ ਦਾ, ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ ਆ, ਬਹਿ ਕੇ ਮਾਲਿਕ ਨੂੰ ਮਨਾਉਂਦੇ ਆ, ਵਿਚਾਰਾਂ ਤੋਂ ਰਹਿਤ ਹੋਣ ਦੇ ਲਈ ਧੁਨ ਦੇ ਵਿੱਚ ਧਿਆਨ ਧਰ ਕੇ ਸਿਮਰਨ ਅਭਿਆਸ ਕਰਦੇ ਆ। ਇਹਦੇ ਨਾਲ ਨਾਲ ਬਹੁਤ ਕੁਝ ਹੈ, ਇਹਦੇ ਨਾਲ ਨਾਲ ਜੋ ਕੁਝ ਮਨ ਨੂੰ ਸਹਿਣਾ ਪਊਗਾ, ਝੇਲਣਾ ਪਊਗਾ। ਇੱਕ ਤਾਂ ਕਾਲ ਵਿਚਾਰਾਂ ਦੇ ਰਾਹੀਂ ਵਾਰ ਕਰੂਗਾ, ਉਹ ਵੀ ਜਰਨਾ। ਫਿਰ ਕਾਲ ਰੋਕਣ ਦੇ ਲਈ ਇਹ ਦਰ ਤੇ ਨਾ ਜਾਵੇ, ਇਹ ਮਾਲਿਕ ਦੀ ਵਡਿਆਈ ਨਾ ਲੈ ਲਵੇ। ਇਹ ਜਿਹੜਾ ਜੁਗਾ ਜੁਗਾਂ ਤੇ ਜਿਹਨੂੰ ਹਰਾਂਦਾ ਆ ਰਿਹਾ ਆ, ਇਹ ਕਿਤੇ ਜਾ ਕੇ ਉੱਥੋਂ ਫਤਿਹ ਨਾ ਹਾਸਿਲ ਕਰ ਲੈ, ਇਹ ਜਿੱਤ ਕੇ ਆਪ ਦੇ ਘਰ ਨਾ ਚਲਿਆ ਜਾਵੇ। ਕਾਲ ਮਹਾਬਲੀ ਹੁੰਦੇ ਹੋਇਆ ਆਪ ਦੇ ਹਰ ਤਰੀਕੇ ਦੀ ਚਾਲ ਚੱਲਦਾ ਆ, ਕਿਉਂਕਿ ਕਾਲ ਨੂੰ ਵੀ ਇਹ ਮਨ ਦੀਆਂ ਸਾਰੀਆਂ ਕਮਜ਼ੋਰੀਆਂ ਪਤਾ ਹੈ, ਕਿਉਂਕਿ ਮਨ ਇਹਦੇ ਨਾਲ ਰਲ ਕੇ ਖੇਲਦਾ ਰਿਹਾ ਆ ਜੁਗੋ ਜੁਗ। ਇਹਨੂੰ ਬੜੀ ਧਿਆਨ ਨਾਲ ਵਿਚਾਰ ਨੂੰ। ਕਾਲ ਨੂੰ ਇਹ ਮਨ ਦੀਆਂ ਕਮਜ਼ੋਰੀਆਂ ਪਤਾ ਆ ਕਿ ਮਨ ਦੀਆਂ ਕਮਜ਼ੋਰੀਆਂ ਕੀ ਹੈ। ਉਹ ਕਾਲ ਉਸ ਤਰੀਕੇ ਨਾਲ ਹੀ ਵਾਰ ਕਰਦਾ ਆ। ਗਿਆਨ ਤਾਂ ਮੈਨੂੰ ਆ ਗਿਆ ਕਿ ਆ ਸਭ ਕੁਝ ਜੋ ਸੰਸਾਰ ਹੈ ਝੂਠ ਹੈ। ਫਿਰ ਇੱਕ ਪਲ ਇੱਕ ਛਿਣ ਦੇ ਵਿੱਚ ਹੀ ਇਹ ਮੰਨ ਜਾਵੇ ਕਿ ਹਾਂ ਸਭ ਕੁਝ ਝੂਠ ਹੈ, ਮੈਂ ਤਾਂ ਛੱਡ ਰਿਹਾ ਆ, ਲੇਕਿਨ ਨਹੀਂ ਛੱਡਿਆ ਜਾ ਰਿਹਾ। ਉਹ ਕਾਰਵਾਈ ਕੌਣ ਪਾ ਰਿਹਾ? ਜਿਹੜਾ ਛੱਡਿਆ ਨਹੀਂ ਜਾ ਰਿਹਾ, ਉਹ ਕਾਲ ਹੈ। ਉਹ ਕੌਣ ਹੈ? ਕਾਲ, ਜਿਹੜਾ ਨੂੰ ਭਰਮ ਦੇ ਵਿੱਚ ਘੇਰ ਰਿਹਾ ਆ ਬਾਰ-ਬਾਰ। ਉਹ ਇਹਦੀ ਕਮਜ਼ੋਰੀਆਂ ਨੂੰ ਦੇਖਦੇ ਹੋਏ ਇਹ ਤੇ ਨਵੇਂ ਤੋਂ ਨਵਾਂ ਵਾਰ ਕਰਦਾ ਆ। ਇਸ ਕਰਕੇ ਮਹਾਰਾਜ ਨੇ ਕਿਹਾ ਗਿਆਨ ਦੀ ਵੀ ਲੋੜ ਆ। ਕਾਹਦੀ ਲੋੜ ਆ? ਗਿਆਨ ਦੀ ਵੀ ਲੋੜ ਆ, ਕਿਉਂਕਿ ਜੇ ਗਿਆਨ ਹੋਊਗਾ ਤੇ ਫਿਰ ਖੇਡ ਨੂੰ ਸਮਝ ਲਊਗਾ ਕਿ ਇਹ ਮੇਰੇ ਨਾਲ ਜੋ ਕੁਝ ਹੋ ਰਿਹਾ ਆ, ਇਹ ਆਪ ਨਹੀਂ ਹੋ ਰਿਹਾ, ਇਹ ਤਾਂ ਕਾਲ ਕਰ ਰਿਹਾ ਆ, ਇਹ ਤਾਂ ਕਾਲ ਚਾਲ ਚੱਲ ਰਿਹਾ ਆ। ਇਹ ਬਹੁਤ ਕੁਝ ਹੁੰਦਾ ਹੋਇਆ ਨਜ਼ਰ ਆਊਗਾ, ਲੇਕਿਨ ਉਹ ਇੱਕ ਖੇਡ ਹੋਊਗਾ ਕੁਝ ਵੀ ਨਹੀਂ ਕਿ ਐ ਹੋ ਗਿਆ, ਇਹ ਹੋ ਗਿਆ, ਇਹ ਕੀ ਹੋ ਗਿਆ। ਬਸ ਵਿਚਾਰ ਵਧਾਉਣ ਦੇ ਲਈ, ਕਿ ਮਨ ਦੇ ਵਿਚਾਰ ਵੱਧ ਜਾਵੇ, ਮਨ ਨਾਮ ਸਿਮਰਨ ਨਾ ਕਰੇ, ਮਨ ਦਰ ਤੇ ਨਾ ਬੈਠੇ, ਮਨ ਅੰਮ੍ਰਿਤ ਰਸ ਨਾ ਪੀਵੇ। ਏਦਾਂ ਦੇ ਇਹ ਕਾਲ ਜਾਲ ਬਣਾਈ ਜਾਂਦਾ ਨਿਤ ਨਿਤ, ਹਰ ਰੋਜ਼ ਰੋਜ਼, ਕਿਉਂਕਿ ਖੇਡ ਰੋਜ਼ ਦੀ ਆ।
ਬਸ ਹੋ ਜੇ ਚਲੋ ਕੱਲ ਦਾ ਦਿਨ ਅੱਛਾ ਚਲਿਆ ਗਿਆ। ਲੇਕਿਨ ਮਹਾਰਾਜ ਕਹਿੰਦੇ ਰੋਜ਼ ਦੀ ਖੇਡ ਹੈ, ਹਰ ਰੋਜ਼ ਹੀ ਆ ਰਿਹਾ ਮਨ। ਰੋਜ਼ ਕਾਲ ਦਾ ਵੀ ਆਪਣਾ ਇੱਕ ਨਵਾਂ ਰੋਲ ਹੁੰਦਾ ਹੈ। ਮਨ ਵੀ ਸਵਾਸਾ ਰੂਪੀ ਧਨ ਲੈ ਕੇ ਆਉਂਦਾ ਆ। ਮਨ ਦੀ ਵੀ ਰੋਜ਼ ਦੀ ਨਵੀਂ ਖੇਲ ਹੁੰਦੀ ਆ, ਕਾਲ ਦੀ ਵੀ ਰੋਜ਼ ਦੀ ਨਵੀਂ ਤਿਆਰੀ ਹੁੰਦੀ ਆ। ਇਸ ਕਰਕੇ ਮਹਾਰਾਜ ਨੇ ਨਿਤਨੇਮ ਬਣਾਇਆ। ਕੀ ਬਣਾਇਆ? ਨਿਤਨੇਮ, ਕਿ ਹਰ ਰੋਜ਼ ਆ ਕੇ ਪਹਿਲੇ ਗਿਆਨ ਲੈ ਲੈ, ਫਿਰ ਗਿਆਨ ਲੈ ਕੇ ਫਿਰ ਇਸ ਇਲਾਕੇ ਦੇ ਵਿੱਚ ਖੇਡਣਾ ਸ਼ੁਰੂ ਕਰ। ਇਹ ਨਹੀਂ ਹੁੰਦਾ ਕਿ ਆਪਾਂ ਨੂੰ ਇੰਨਾ ਸਮਝ ਆ ਗਿਆ ਕਿ ਆਪਾਂ ਸਵਾਸ ਗ੍ਰਾਸ ਸਿਮਰਨ ਕਰਨਾ ਆ। ਇਹਦੇ ਨਾਲ ਨਾਲ ਬਹੁਤ ਬਰੀਕੀਆਂ ਆ। ਵਿਚਰਨੇ ਦੇ ਵਿੱਚ, ਉੱਠਣ ਦੇ ਵਿੱਚ, ਬੈਠਣ ਦੇ ਵਿੱਚ, ਸਾਰਾ ਕੁਝ ਕਰਨ ਦੇ ਵਿੱਚ ਬਹੁਤ ਬਰੀਕੀਆਂ ਆ। ਇਹ ਕਾਲ ਬਹੁਤ ਤਰੀਕੇ ਨਾਲ ਮਨ ਤੇ ਵਾਰ ਕਰਦਾ ਆ। ਜੋ ਮਨ ਨੂੰ ਕਈ ਵਾਰ ਨਾ ਗਿਆਨ ਹੁੰਦੇ ਹੋਇਆ ਵੇਦ ਵੀ ਨਹੀਂ ਆਉਂਦਾ, ਬਾਅਦ ਤੇ ਉਹਨੂੰ ਪਛਤਾਵਾ ਆਉਂਦਾ ਕਿ ਇਹ ਕਿੱਦਾਂ ਹੋ ਗਿਆ। ਤੇ ਮਹਾਰਾਜ ਨੇ ਨੂੰ ਗੁਰਬਾਣੀ ਦੇ ਵਿੱਚ ਇਸ ਕਰਕੇ ਕਿਹਾ ਕਿ ਖਿਨੇ ਹੋਤੇ ਕੇ ਬਾਲੋਂ ਨੇ ਕੀਤ ਮਾਰਗ ਜਾਣਾ, ਕਹੋ ਨਾਨਕ। ਮਹਾਰਾਜ ਨੇ ਇਹ ਖੇਲ ਕਠਿਨ ਹੈ। ਉਹ ਕਠਿਨ ਖੇਲ ਇਸ ਕਰਕੇ ਆ ਕਿਉਂਕਿ ਪਲ ਛਿਨ ਚਸ ਮਾਤਰ ਸਮੇਂ ਦੇ ਵਿੱਚ ਮਨ ਭੁਲੇਖੇ ਚ ਆ ਜਾਂਦਾ ਆ। ਝੂਠ ਨੂੰ ਸੱਚ ਜਾਣ ਕੇ ਬਹੁਤ ਕੁਝ ਕਰ ਜਾਂਦਾ ਆ, ਬਹੁਤ ਸਵਾਸਾ ਖਰਾਬ ਕਰ ਜਾਂਦਾ ਆ। ਫਿਰ ਇਹਨੂੰ ਪਛਤਾਵਾ ਹੁੰਦਾ ਕਿ ਇਹ ਤਾਂ ਝੂਠ ਸਮੇਂ ਤਾਂ ਮਾਇਆ ਦੇ ਪਿੱਛੇ ਲੱਗੇ ਸਾਰਾ ਕੁਝ ਗਲਤ ਕਰਤਾ। ਤੇ ਮਹਾਰਾਜ ਗੁਰਬਾਣੀ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਵਰਥਾ ਜਾਏ। ਜੇ ਦਮਾਂ ਤੇ ਜਾਗਦਾ ਰਿਹਾ, ਦਮਾਂ ਦੀ ਸੰਭਾਲ ਕਰਦਾ ਰਿਹਾ, ਫਿਰ ਕਿਤੇ ਜਾ ਕੇ ਇਹ ਖੇਲ ਨੂੰ ਫਤਿਹ ਕਰ ਸਕਦਾ ਆ। ਲੈ ਬਾਕੀ ਕਾਲ ਵਾਰ ਬਹੁਤ ਕਰਦਾ ਆ ਗੁਰਮੁਖੋ, ਬਹੁਤ ਤਰੀਕੇ ਨਾਲ ਵਾਰ ਕਰਦਾ ਆ ਕਾਲ। ਤੇ ਬੜੇ ਸਹਿਜ ਦਾ ਮਾਰਗ ਆ। ਮਹਾਰਾਜ ਗੁਰਬਾਣੀ ਸਮਝਾਉਂਦੇ ਵੀ ਬਹੁਤ ਸਹਿਜ ਦਾ, ਨਿਮਰਤਾ ਦਾ, ਬਹੁਤ ਜ਼ਿਆਦਾ ਨਿਮਾਣੇ ਭਾਵ ਦਾ ਮਾਰਗ ਆ। ਜਿਤਨਾ ਹੋ ਸਕਦਾ ਮਨ ਇਹ ਪਹਿਚਾਨ ਆ। ਅਵਰਾਂ ਨੂੰ ਉਪਦੇਸ਼ ਗੁਰਬਾਣੀ ਗੁਰੂ ਦੇ ਵਿੱਚ ਕਲਮਬੰਦੀ ਨਹੀਂ ਆ। ਸਾਰਿਆਂ ਨੂੰ ਉਪਦੇਸ਼ ਕਰਦੇ ਹੋਇਆ ਮਹਾਰਾਜ ਗੁਰਬਾਣੀ ਚ ਖੇਡ ਸਮਝਾਣਾ, ਜਿਤਨਾ ਅਕਾਲ ਪੁਰਖ ਜੀ ਦੇ ਦਰ ਦੇ ਬਲ ਨੂੰ ਮਨ ਚਲੂਗਾ, ਮਾਲਿਕ ਦੇ ਹੁਕਮ ਚ ਆਊਗਾ, ਉਤਨਾ ਨਿਮਾਣਾ ਹੁੰਦਾ ਜਾਊਗਾ। ਉੱਚਾ ਨਹੀਂ, ਨਿਮਾਣਾ, ਔਰ ਨਿਮਾਣਾ, ਔਰ ਨਿਮਾਣਾ, ਔਰ ਨਿਮਾਣਾ, ਨੀਵੇਂ ਤੋਂ ਨੀਵਾਂ ਹੁੰਦਾ ਜਾਊਗਾ। ਇਹ ਪਹਿਚਾਨ ਆ। ਇਹ ਕੀ ਹੈ? ਪਹਿਚਾਨ ਆ। ਕਿਉਂਕਿ ਕਾਲ ਬੜੀ ਨਿੱਕੀ ਨਿੱਕੀ ਵਿਚਾਰ ਦੇ ਫੁਰਨੇ ਦੇ ਕੇ ਮਨ ਨੂੰ ਹਉਮੈ ਦੇ ਵਿੱਚ ਲਾ ਦਿੰਦਾ ਆ। ਸਤੋਗੁਣੀ ਹਉਮੈ ਦੇ ਵਿੱਚ ਲਾ ਦਿੰਦਾ, ਜਿਹੜੀ ਕਿ ਮਨ ਨੂੰ ਬਹੁਤ ਥੱਲੇ ਸੁੱਟ ਦਿੰਦੀ ਹੈ। ਫਿਰ ਮਾਲਿਕ ਦੇ ਤੇ ਮਨ ਦੇ ਵਿੱਚ ਇੱਕ ਕੰਧ ਖੜੀ ਹੋ ਜਾਂਦੀ ਹੈ, ਜਿਹੜੀ ਮਨ ਨੂੰ ਆਪ ਨੂੰ ਪਤਾ ਵੀ ਨਹੀਂ ਲੱਗਦੀ ਕਿ ਮੇਰੇ ਤੇ ਮਾਲਿਕ ਦੇ ਵਿੱਚ ਵੀ ਕੋਈ ਕੰਧ ਪੈ ਗਈ। ਕਿਉਂਕਿ ਗਿਆਨ ਬਹੁਤਾ ਹੋ ਜਾਂਦਾ ਆ, ਇਸ ਕਰਕੇ ਭੁੱਲ ਜਾਂਦਾ ਕਿ ਮੇਰੇ ਤੇ ਮਾਲਿਕ ਦੇ ਵਿੱਚ ਵੀ ਕੁਝ ਹੈਗਾ ਜਾਂ ਨਹੀਂ। ਵਾਹ ਵਾਹ ਦੇ ਵਿੱਚ ਆ ਕੇ ਇਹੀ ਭੁੱਲ ਜਾਂਦਾ ਆ ਕਿ ਮੇਰੇ ਤੇ ਮਾਲਿਕ ਦੇ ਵਿੱਚ ਕੰਧ ਹੈ। ਇਸ ਕਰਕੇ ਮਹਾਰਾਜ ਨੇ ਬਹੁਤ ਬਰੀਕੀ ਦਾ ਮਾਰਗ ਆ, ਨਿਮਾਣੇ ਭਾਵ ਦਾ ਮਾਰਗ ਆ। ਇਹ ਸਾਡਾ ਸਿਰ ਸਤਿਗੁਰ ਦੇ ਚਰਨਾਂ ਦੇ ਵਿੱਚ ਧਰਿਆ ਹੀ ਰਹਿਣਾ ਚਾਹੀਦਾ ਹੈ। ਮਹਾਰਾਜ ਗੁਰਬਾਣੀ ਸਮਝਾਣੇ ਵੀ ਜਿਤਨੀ ਦੇਰ ਆਖਿਰਲੀ ਸਵਾਸ ਨਹੀਂ ਆਉਂਦੀ, ਆਖਿਰਲੀ ਸਵਾਸ ਲੇਖੇ ਦੇ ਵਿੱਚ ਨਹੀਂ ਲੱਗ ਜਾਂਦੀ, ਉਤਨੀ ਦੇਰ ਸਰ ਸਤਿਗੁਰ ਦੇ ਚਰਨਾਂ ਦੇ ਵਿੱਚ ਤੇ ਝੁਕਣਾ ਨਹੀਂ। ਕਿਉਂਕਿ ਹਾਲੇ ਆਪਾਂ ਕਾਲ ਦੇ ਇਲਾਕੇ ਦੇ ਵਿੱਚ ਖੇਡ ਰਹੇ ਹਾਂ, ਹਰ ਰੋਜ਼ ਹੀ ਆ ਰਹੇ ਹਾਂ। ਜਿਤਨੀ ਦੇਰ ਮਾਲਿਕ ਭੇਜ ਰਹੇ ਆਪਾਂ ਆ ਰਹੇ ਹਾਂ। तो हर रोज वो तो भी बद निवाड़ापन, वो तो भी बद निवाड़ापन, वो तो भी बद, जितना निवाड़ा मन रहूगा ਤੇ ਮਹਾਰਾਜ ਖੇਡ ਸਮਝਾਨੇ ਬਖਸ਼ਿਆ ਜਾਊਗਾ। ਕਿਉਂਕਿ ਕਾਲ ਦੀ ਚਾਲ ਹੀ ਆ ਹੁੰਦੀ ਹੈ। ਜਿਹੜੇ ਮਨ ਖੇਲ ਨੂੰ ਸਿੱਖ ਜਾਂਦੇ ਆ, ਫਿਰ ਕਾਲ ਉਹਨਾਂ ਤੇ, ਕਿਉਂਕਿ ਖੇਲ ਖੇਲਣ ਤਾਂ ਉਹ ਵੀ ਆਉਂਦੇ ਆ, ਤੇ ਕਾਲ ਉਹਨਾਂ ਤੋਂ ਵੀ ਵਾਰ ਕਰਦਾ ਆ। ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰੂਗਾ, ਉਹਨਾਂ ਤੇ ਹੋਰ ਕਿਸੇ ਨਾ ਕਿਸੇ ਬਹੁਤ ਤਰੀਕੇ ਨਾਲ ਵਾਰ ਕਰੂਗਾ। ਹਉਮੈ ਕਰ ਦੂਗਾ, ਗਿਆਨ ਦੀ ਹਉਮੈ, ਕਥਾ ਵਿਚਾਰ ਦੀ ਹਉਮੈ ਕਰ ਦੂਗਾ। ਇੱਕ ਤਰੀਕੇ ਦੇ ਨਹੀਂ, ਪਤਾ ਨਹੀਂ ਕਿੰਨੇ ਤਰੀਕੇ ਦੀ ਹਉਮੈ ਕਰ। ਤੂੰ ਤਾਂ ਸਿਮਰਨ ਹੀ ਬਹੁਤ ਸੋਹਣਾ ਕਰਦਾ ਆ, ਤੂੰ ਤਾਂ ਕਥਾ ਵਿਚਾਰ ਹੀ ਬਹੁਤ ਸੋਹਣਾ ਕਰਦਾ ਆ,
ਤੈਨੂੰ ਤਾਂ ਗਿਆਨ ਹੀ ਬਹੁਤ ਆ, ਤੈਨੂੰ ਤਾਂ ਕਿਤਨੇ ਲੋਕੀ ਜਾਣਦੇ ਆ। ਇੱਕ ਤਰੀਕੇ ਦੀ ਨਹੀਂ, ਪਤਾ ਨਹੀਂ ਕਿਤਨੇ ਤਰੀਕੇ ਦੀ ਵਿਚਾਰ, ਇਹ ਸਾਰਿਆਂ ਦੇ ਲਈ ਹੈ ਆਪਣੇ। ਸਾਮਦ੍ਰਿਸ਼ਟ ਹੋ ਕੇ ਖੇਡਣਾ, ਅੰਮ੍ਰਿਤ ਰਸ ਪੀਂਦੇ ਰਹਿਣਾ, ਹੁਕਮ ਦੀ ਪਹਿਚਾਣ, ਇਹ ਤਾਂ ਗੁਰਮੁਖ ਦਾ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਆਪਾਂ ਵਿਚਾਰ ਇਹ ਕਰ ਰਹੇ ਹਾਂ ਕਿ ਕਾਲ ਵਾਰ ਕਿਵੇਂ ਕਰਦਾ ਆ ਉਹ ਤੋਂ, ਕਿਉਂਕਿ ਗੁਰਮੁਖ ਨੂੰ ਵੀ ਖੇਡਣ ਆਣਾ, ਮਨਮੁਖ ਨੂੰ ਵੀ ਆਣਾ। ਗੁਰਮੁਖ ਤੇ ਮਨਮੁਖ ਦੇ ਵਿੱਚ ਫਰਕ, ਗੁਰਮੁਖ ਹੁਕਮ ਦੇ ਵਿੱਚ ਆ ਗਿਆ, ਖੇਡ ਨੂੰ ਸਮਝ ਗਿਆ ਤੇ ਖੇਡ ਖੇਡਣ ਆ ਰਿਹਾ, ਵਪਾਰ ਉਹਨੂੰ ਵੀ ਕਰਕੇ ਜਾਣਾ ਆ, ਰੋਜ਼ ਆਊਗਾ, ਉਹ ਵੀ ਰਜੋ ਤਮੋ ਸਤੋ ਤੇ ਹੀ। ਫਰਕ, ਖੇਡ ਨੂੰ ਸਮਝ ਗਿਆ, ਜਾਣ ਗਿਆ ਕਿ ਅੱਜ ਹੋਟਿਆ, ਲੇਕਿਨ ਕਾਰਵਾਈ ਕਾਲ ਉਤੋਂ ਵੀ ਪਾਉਂਦਾ ਆ, ਜ਼ੋਰ ਆਪ ਦਾ ਲਾਂਦਾ ਆ। ਉਹ ਵੱਖਰਾ ਵਿਸ਼ਾ ਆ ਕਿ ਉਹ ਜੇ ਹੁਕਮ ਦੇ ਵਿੱਚ ਆ, ਉਹ ਜਿੱਤ ਕੇ ਘਰ ਨੂੰ ਵਾਪਸ ਮੁੜ ਜਾਊਗਾ। ਲੇਕਿਨ ਆਪਾਂ ਉਹ ਵਿਚਾਰ ਕਰ ਰਹੇ ਆ ਕਿ ਕਾਰਵਾਈ ਉਤੋਂ ਕਿਵੇਂ ਦੀ ਕਾਲ ਪਾਉਂਦਾ ਆ। ਮਨਮੁਖ ਦੇ ਲਈ ਤਾਂ ਮਾੜਾ ਮੋਟਾ ਵਿਚਾਰ ਹੀ, ਕਿਸੇ ਨੇ ਫਿੱਕੇ ਵਚਨ ਬੋਲਤੇ, ਕਿਸੇ ਨੇ ਮਾੜਾ ਮੋਟਾ ਕੁਛ ਏਦਾਂ ਦਾ ਕਰਦਾ, ਮਨਮੁਖ ਤਾਂ ਉਹਦੇ ਵਿੱਚ ਉਲਝ ਕੇ ਹੀ ਸਾਰਾ ਦਿਨ ਉਹਦੇ ਵਿੱਚ ਹੀ ਸਵਾਸੇ ਨੂੰ ਵਿਅਰਥ ਗਵਾ ਦੂਗਾ। ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕੌਣ ਬੋਲ ਗਿਆ। ਉਹ ਤਾਂ ਉਸ ਗੱਲ ਨੂੰ ਲੈ ਕੇ ਸਾਰਾ ਦਿਨ ਤੇ ਰਾਤ ਸਾਰੀਆਂ ਸਵਾਸਾਂ ਖਰਾਬ ਕਰ ਦੂਗਾ। ਮਨਮੁਖ ਵਿਚਾਰ ਲਊਗਾ, ਗੁਰਮੁਖ ਵਿਚਾਰ ਲਊਗਾ, ਮਨਮੁਖ ਵਿਚਾਰੂਗਾ ਨਹੀਂ। ਜੇ ਕਾਲ ਕਾਰਵਾਈ ਪਾਊਗਾ, ਗੁਰਮੁਖ ਦੇਖੂਗਾ ਵੀ ਇਹ ਤਾਂ ਕਾਲ ਕਾਰਵਾਈ ਪਾਉਂਦਾ ਆ, ਇੱਥੇ ਸਹਿਜ ਦੇ ਵਿੱਚ ਰਹਿ ਕੇ ਸਾਮਦ੍ਰਿਸ਼ਟ ਹੋ ਕੇ ਇੱਥੇ ਦੇ ਲੰਘ ਜਾਓ, ਇੰਨਾ ਅੰਤਰ ਹੋ ਜਾਂਦਾ ਆ। ਤੇ ਜਿਹੜੀ ਖੇਡ ਨੂੰ ਸਿੱਖੇ ਹੋਏ ਹੁੰਦੇ ਆ, ਉਹਨਾਂ ਤੇ ਕਾਲ ਆਪ ਦੀ ਕਾਰਵਾਈ ਵੀ ਵੱਖਰੇ ਵੱਖਰੇ ਤਰੀਕੇ ਨਾਲ ਪਾਉਂਦਾ ਆ, ਕਿਉਂਕਿ ਖੇਲ ਆ ਨਾ। ਕੀ ਆ? ਖੇਲ ਆ। ਫਿਰ ਗੁਰਮੁਖ ਮਾਲਿਕ ਦੇ ਬੱਚੇ, ਸਾਧੂ ਸੰਤ ਭਗਤ, ਜਿਹੜੇ ਮਾਲਿਕ ਦੇ ਦਰ ਤੇ ਆਣਾ ਜਾਣਾ ਸਿੱਖ ਗਏ, ਫਿਰ ਉਹ ਮਾਲਿਕ ਦੇ ਹੁਕਮ ਦੇ ਵਿੱਚ ਰਹਿ ਕੇ ਖੇਲਾਂ ਸ਼ੁਰੂ ਕਰਦੇ ਆ। ਤੇ ਜੇ ਹੁਕਮ ਦੇ ਵਿੱਚ ਖੇਲਦੇ ਆ, ਮਹਾਰਾਜ ਕਹਿੰਦੇ ਹੁਕਮੀ ਕਾਰ ਕਮਾਹੋ, ਕਹਿੰਦੇ ਹੁਕਮ ਦੇ ਵਿੱਚ ਖੇਲਦੇ ਆ ਤੇ ਵਾਪਸ ਮੁੜ ਜਾਂਦੇ ਆ। ਜੇ ਹੁਕਮ ਤੋਂ ਆਖੀ ਹੁੰਦੇ ਆ ਤੇ ਮੈਲ ਲੱਗ ਜਾਂਦੀ ਆ ਮਨ ਨੂੰ। ਇਸ ਕਰਕੇ ਭਗਤ ਕਬੀਰ ਜੀ ਨੇ ਕਿਹਾ ਵੀ ਹਲੇ ਨਾਵ ਮਝਧਾਰ ਦੇ ਵਿੱਚ ਜਾਂ ਹਲੇ ਜਿੱਤ ਨਾ ਸਮਝੋ। ਕਹਿਣ ਤੋਂ ਭਾਵ ਇਹ ਨਹੀਂ ਕਿ ਮਨ ਉਹ ਜੂਨਾਂ ਦੇ ਵਿੱਚ ਚਲਿਆ ਜਾਊਗਾ, ਨਹੀਂ, ਜਿਹਨੂੰ ਨਾਮ ਪ੍ਰਗਟ ਹੋ ਗਿਆ ਜੂਨਾਂ ਦੇ ਵਿੱਚ ਨਹੀਂ। ਲੇਕਿਨ ਕਹਿਣ ਤੋਂ ਭਾਵ ਆ ਜਿਹੜੇ ਪਰਮ ਆਨੰਦ ਦੀ ਆਪਾਂ ਵਿਚਾਰ ਸਰਵਣ ਕਰਦੇ ਆ, ਤੇ ਭਗਤ ਕਬੀਰ ਜੀ ਭੇਜਦੇ ਰਹੇ ਨੇ, ਜਿਸ ਮਰਣੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈਐ। ਜਦੋਂ ਪੂਰੀ ਤਰ੍ਹਾਂ ਮਰ ਜਾਊਗਾ, ਜਿਸ ਦਿਨ ਵਾਪਸ ਹੀ ਨਹੀਂ ਮੁੜੂਗਾ, ਆਖਰੀ ਸਵਾਸ ਵੀ ਲੇਖੇ ਦੇ ਵਿੱਚ ਲੱਗ ਜੂਗੀ ਮਨ ਦੀ, ਤੇ ਮਹਾਰਾਜ ਕਹਿੰਦੇ ਉਸ ਦਿਨ ਜਾ ਕੇ ਪਰਮ ਆਨੰਦ ਦੀ ਪ੍ਰਾਪਤੀ ਕਰੂਗਾ। ਮਰਣੇ ਹੀ ਤੇ ਪਾਈਐ ਪੂਰਨ ਪਰਮਾ ਆਨੰਦ। ਉਤਨੀ ਦੇਰ ਤਾਂ ਮਨ ਨੂੰ ਹੁਕਮ ਚ ਰਹਿ ਕੇ ਖੇਡ ਖੇਡਣੀ। ਇਸ ਕਰਕੇ ਹੀ ਤਾਂ ਮਹਾਰਾਜ ਨੇ ਜੁਗਤੀਆਂ ਦੱਸਿਆ, ਕਹਿੰਦੇ ਇੱਕ ਪਲ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਕਹਿੰਦੇ ਜੁਗਤੀ ਨੂੰ ਲਾ ਕੇ ਕਾਲ ਦੇ ਇਲਾਕੇ ਦੇ ਬਾਹਰ ਹੋ ਜਾ। ਇਹ ਬਰੀਕੀਆਂ ਦੱਸੀਆਂ ਮਨ ਬੱਚਿਆਂ ਨੂੰ ਖੇਡਣ ਦੇ ਲਈ, ਵੀ ਕਿਵੇਂ ਤੁਸੀਂ ਕਾਲ ਦੇ ਇਲਾਕੇ ਤੇ ਬਾਹਰ ਨਿਕਲਣਾ ਆ, ਕਿਵੇਂ ਕਾਲ ਦੇ ਇਲਾਕੇ ਦੇ ਵਿੱਚ ਇਹ ਜਿਹੜੀ ਖੇਡ ਆ ਨਕਲੀ ਅਸਲੀ ਖੇਲ ਨਹੀਂ ਹੈ, ਇਹਦੇ ਵਿੱਚ ਕਿਵੇਂ ਤੁਸੀਂ ਰਜੋ ਤਮੋ ਸਤੋ ਤੇ ਹੁਕਮ ਦੇ ਵਿੱਚ ਵਿਵਹਾਰ ਕਰ ਸਕਦੇ ਹੋ, ਉਹਦਾ ਗਿਆਨ ਦਿੱਤਾ। ਕਿਵੇਂ ਤੁਸੀਂ ਸਹਿਜ ਸੁਭਾਈ ਸਾਰਾ ਕੁਝ ਦੇਖਦਿਆਂ ਹੋਇਆਂ ਦਰਸ਼ਕ ਦੇ ਰੂਪ ਚ ਆ ਕੇ, ਮਹਿਮਾਨ ਦੇ ਰੂਪ ਚ ਆ ਕੇ, ਵਪਾਰੀ ਦੇ ਰੂਪ ਚ ਆ ਕੇ ਇੱਥੋਂ ਖੇਡ ਨੂੰ ਖੇਡ ਕੇ, ਖੇਡ ਨੂੰ ਦੇਖ ਕੇ, ਆਪਦੇ ਆਪ ਨੂੰ ਮਹਿਮਾਨ ਜਾਣਦਿਆਂ ਹੋਇਆਂ ਚਾਰ ਪਹਿਰ ਦੇ ਲਈ ਇੱਥੇ ਆ ਕੇ ਸਾਰਾ ਕੁਝ ਮੂੰਹੋਂ ਨਹੀਂ ਕਰਨਾ, ਦੇਖ ਕੇ ਵੀ ਹਾਂ ਮੈਂ ਇੱਥੇ ਆਇਆ ਆ, ਮੈਂ ਚਾਰ ਪਹਿਰ ਬਾਅਦ ਤੁਰਨਾ ਵਾਪਸ ਇੱਥੇ ਤੋਂ। ਇਸ ਕਰਕੇ ਕਿਤੇ ਵੀ ਮੈਨੂੰ ਕੋਈ ਇਹੋ ਜਿਹੀ ਚਾਲ ਨਾ ਪੈ ਜਾਵੇ ਕਾਲ ਦੀ ਕਿ ਮੈਨੂੰ ਵਾਪਸ ਮੁੜਨ ਦੇ ਵਿੱਚ ਔਖਾ ਹੋ ਜਾ। ਇਸ ਕਰਕੇ ਬੜੇ ਧਿਆਨ ਨਾਲ ਮਨ ਵਿਚਰਦਾ। ਜਦੋਂ ਸਮਾਂ ਪੂਰਾ ਹੁੰਦਾ ਫਿਰ ਦੁਬਾਰਾ ਵਿਧੀ ਲਾਂਦਾ ਆ, ਸਵਾਸ ਤੇ ਗਿਰਾਸ ਸਿਮਰਨ ਪਰਪੱਕ ਕਰਦਾ, ਘਰੇ ਵਾਪਸ ਮੁੜ ਜਾਂਦਾ। ਜੇ ਮਨ ਨੂੰ ਮੈਲ ਲੱਗ ਗਈ ਤੇ ਫਿਰ ਮਨ ਨੂੰ ਦਰ ਤੇ ਬੈਠਣਾ ਔਖਾ ਹੁੰਦਾ। ਇਸ ਕਰਕੇ ਮਹਾਰਾਜ ਨੇ ਜੁਗਤੀਆਂ ਦੱਸੀਆਂ, ਕਹਿੰਦੇ ਜੇ ਮਨ ਨੂੰ ਮੈਲ ਲੱਗ ਗਈ ਖੇਲਦਿਆਂ ਹੋਇਆਂ, ਕਹਿੰਦੇ ਫਟਾਫਟ
ਸਿਮਰਨ ਅਭਿਆਸ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਆ ਮੈਲ ਸਿਮਰਨ ਦੇ ਰਾਹੀਂ ਹੀ ਲੈਂਦੀ ਆ। ਮਨ ਸਹਿਜ ਦੇ ਵਿੱਚ ਆ ਗਿਆ, ਦਰ ਤੇ ਚਲਿਆ ਗਿਆ, ਘਰੇ ਚਲਿਆ ਗਿਆ, ਕਿਉਂਕਿ ਹਰ ਰੋਜ਼ ਦੀ ਖੇਲ ਆ। ਹਉਮੈ ਦੇ ਵਿੱਚ ਨਹੀਂ ਖੇਲਣੀ ਕਿ ਹਾਏ ਮੈਨੂੰ ਤਾਂ ਮੈਲ ਹੀ ਨਹੀਂ ਲੱਗ ਸਕਦੀ। ਨਹੀਂ, ਜਿਤਨੀ ਦੇਰ ਮਨ ਇੱਧਰ ਖੇਲ ਰਿਹਾ ਆ, ਕਾਲ ਆਪ ਦੀ ਕਾਰਵਾਈ ਕਰਦਾ ਆ। ਜੇ ਮਨ ਦਾ ਕੋਈ ਮਾੜਾ ਮੋਟਾ ਫੁਰਨਾ ਬਣ ਗਿਆ, ਮਨ ਤੇ ਕੋਈ ਮਿਸਟੇਕ ਹੋ ਗਈ, ਤੇ ਉਹਦੇ ਲਈ ਮਹਾਰਾਜ ਨੇ ਜੁਗਤੀਆਂ ਵਿਧੀਆਂ ਗਿਆਨ ਦਿੱਤਾ ਆ ਗੁਰਮਤਿ ਦਾ। ਉਹਨੂੰ ਵਿਚਾਰੋ ਨਿਮਾਣੇ ਹੋ ਕੇ। ਹਉਮੈ ਦੇ ਵਿੱਚ ਨਹੀਂ ਕਿ ਮੈਨੂੰ ਨਹੀਂ ਮੈਲ ਲੱਗ ਸਕਦੀ, ਮੈਂ ਤਾਂ ਖੇਡ ਨੂੰ ਸਿੱਖਿਆ ਹੋਇਆ ਆ। ਨਹੀਂ, ਜਿਤਨੀ ਦੇਰ ਖੇਡ ਖੇਡ ਰਿਹਾ ਆ, ਕਾਲ ਕਾਰਵਾਈ ਪਾਉਂਦਾ ਆ। ਕਿਸੇ ਨਾ ਕਿਸੇ ਹੱਟ ਤੋਂ ਜਾ ਕੇ ਮਨ ਨੂੰ ਫਰਕ ਜੇ ਪੈ ਗਿਆ, ਤੇ ਮਨ ਨੂੰ ਸਿਮਰਨ ਹੀ ਕਰਨਾ, ਕਿਉਂਕਿ ਉਹ ਮੈਲ ਫਿਰ ਸਿਮਰਨ ਦੇ ਰਾਹੀਂ ਹੀ ਲਊਗੀ। ਫਿਰ ਮਨ ਇਹ ਪਾਉਣ ਸਮ ਹੋਊਗੀ, ਫਿਰ ਮਨ ਜਾ ਕੇ ਦਰ ਤੇ ਬੈਠੂਗਾ, ਆਪਦੇ ਘਰੇ ਚਲਿਆ ਜਾਊਗਾ। ਕਿਉਂਕਿ ਹਰ ਰੋਜ਼ ਦੀ ਖੇਡ ਆ, ਹਰ ਰੋਜ਼ ਦੀ ਖੇਡ ਆ, ਇੱਕ ਦਿਨ ਦੀ ਖੇਡ ਨਹੀਂ ਹੈ। ਜਿਤਨੀ ਦੇਰ ਮਹਾਰਾਜ ਭੇਜ ਰਹੇ ਆ, ਹਰ ਰੋਜ਼ ਦੀ ਖੇਡ ਆ, ਹਰ ਰੋਜ਼ ਨਵਾਂ ਨਵਾਂ ਖੇਲ ਹੁੰਦਾ ਆ। ਇਸ ਕਰਕੇ ਆਪਾਂ ਨਿਮਾਣੇ ਹੋ ਕੇ ਖੇਡ ਨੂੰ ਸਿੱਖਣਾ ਵੀ ਆ, ਨਾਲ ਦੇ ਨਾਲ ਖੇਡਣਾ ਵੀ ਆ, ਨਾਲ ਦੇ ਨਾਲ ਵਾਪਸ ਵੀ ਜਾਣਾ ਆ। ਬੜੇ ਸਹਿਜੇ ਸਹਿਜੇ ਮਹਾਰਾਜ ਨੇ, ਬਹੁਤ ਸਹਿਜ ਸੁਭਾਈ। ਇਹ ਝੂਠ ਆ ਸਭ, ਜਿਹੜਾ ਸਾਰਾ ਕੁਛ ਆਪਾਂ ਦੇਖਦੇ ਆ। ਲੇਕਿਨ ਮਨ ਨੂੰ ਜਿਹੜਾ ਭਰਮ ਪਿਆ ਹੋਇਆ, ਇਹ ਸਿਮਰਨ ਅਭਿਆਸ ਦੇ ਰਾਹੀਂ ਕੱਟਿਆ ਜਾਊਗਾ। ਗਿਆਨ ਆ ਜਾਊਗਾ ਮਨ ਨੂੰ ਅੰਦਰੋਂ। ਫਿਰ ਮਨ ਦਰਸ਼ਕ ਦੇ ਰੂਪ ਚ ਸਾਰੀ ਖੇਡ ਨੂੰ ਦੇਖਦੇ ਹੋਇਆ, ਤੱਤਾਂ ਦੀ ਖੇਡ ਨੂੰ ਜਦੋਂ ਸਮਝ ਲਊਗਾ, ਫਿਰ ਖੇਡੂਗਾ ਵੀ ਇਹ ਤਾਂ ਝੂਠ ਆ, ਇਹ ਤਾਂ ਮੈਨੂੰ ਕਾਲ ਭੁਲੇਖਾ ਦੀ ਜਾ ਰਿਹਾ। ਫਿਰ ਮਨ ਖੇਡੂਗਾ। ਤੇ ਇਸ ਕਰਕੇ ਆਪਾਂ ਬੜੇ ਧਿਆਨ ਨਾਲ ਕਾਲ ਦੇ ਇਲਾਕੇ ਦੇ ਵਿੱਚ ਖੇਡਣਾ ਆ, ਬਰੀਕੀ ਦੇ ਵਿੱਚ। ਵਾਹਿਗੁਰੂ ਗੁਰਮੰਤਰ ਨੂੰ ਆਪਾਂ ਵੱਧ ਤੋਂ ਵੱਧ ਦ੍ਰਿੜ ਕਰਨਾ, ਤਾਂ ਕਿ ਸਾਡਾ ਰੱਖਿਆ ਚੱਕਰ ਬਣਿਆ ਰਹੇ। ਅੱਗੇ ਫਿਰ ਸ਼ਬਦ ਨੂੰ ਸੁਣਦੇ ਰਹਿਣਾ ਪਿਆਰ ਨਾਲ, ਵਿਚਾਰਾਂ ਤੋਂ ਰਹਿਤ ਹੋ ਕੇ, ਤਾਂ ਕਿ ਮਾਇਆ ਅਗਨ ਇਹ ਨਾ ਸਾੜ ਸਕੇ। ਉਸ ਤੋਂ ਅੱਗੇ ਜਿਨ ਮਨ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਮਿਲ ਗਈ, ਦ੍ਰਿਸ਼ਟੀ ਬਣਾਉਣੀ ਆ ਗਈ, ਉਹ ਪਿਆਰ ਨਾਲ ਦ੍ਰਿਸ਼ਟੀ ਬਣਾ ਕੇ ਆਪਣੀ ਉਹ ਮਾਇਆ ਦੇ ਇਲਾਕੇ ਤੋਂ ਮਨ ਨੂੰ ਬਾਹਰ ਬਿਠਾ ਲਓ, ਫਿਰ ਘਰ ਬਹਿ ਜਾਓ ਨਿਕਲ ਕੇ, ਤਾਂ ਕਿ ਮਾਇਆ ਨਾ ਸਾੜ ਸਕੇ। ਏਦਾਂ ਹੌਲੀ ਹੌਲੀ ਇਹ ਜੀਵਨ ਦੀ ਜਾਂਚ ਆਪਾਂ ਸਿੱਖਣੀ ਆ, ਪਰਪੱਖ ਕਰਨਾ ਆ। ਜਿਹੜਾ ਸਾਡੇ ਸਾਹਮਣੇ ਸੱਚ ਆ, ਇਹਨੂੰ ਪਰਪੱਖ ਕਰਨਾ, ਇਹਨੂੰ ਨੇਤਰਾਂ ਦੇ ਵਿੱਚ ਭਰ ਲੈਣਾ, ਇਹਨੂੰ ਅੰਦਰ ਭਰ ਲੈਣਾ ਆਪਦੇ ਨੇਤਰਾਂ ਦੇ ਵਿੱਚ, ਸਮਦ੍ਰਿਸ਼ਟ ਹੋ ਕੇ। ਫਿਰ ਹੌਲੀ ਹੌਲੀ ਮਨ ਮੰਨਦਾ ਜਾਊਗਾ। ਫਿਰ ਮਨ ਨੂੰ ਗਿਆਨ ਆਉਣਾ ਸ਼ੁਰੂ ਹੋ ਜਾਊਗਾ, ਤੱਤਾਂ ਦੀ ਖੇਡ ਸਮਝ ਆ ਜਾਊਗੀ। ਫਿਰ ਪਤਾ ਲੱਗ ਜਾਊਗਾ ਕਿ ਕਿੱਦਾਂ ਕਿੱਦਾਂ ਖੇਡ ਚੱਲ ਰਹੀ ਆ। ਇਹ ਬਰੀਕੀ ਦਾ ਖੇਡ ਸਮਝਾ ਰਹੇ ਮਹਾਰਾਜ। ਬਹੁਤ ਬੜੇ ਸਹਿਜ ਸੁਭਾਈ ਇਹ ਖੇਡ ਨੂੰ ਸਿੱਖਿਆ ਜਾ ਸਕਦਾ ਆ, ਕਿਉਂਕਿ ਕਾਲ ਵੀ ਬਹੁਤ ਕਾਰਵਾਈ ਪਾਉਂਦਾ ਆ। ਸਭ ਤੋਂ ਪਹਿਲੀ ਕਾਰਵਾਈ ਕਿ ਕਾਲ ਮਨ ਨੂੰ ਹਉਮੈ ਦੂਗਾ। ਕੀ ਦੂਗਾ? ਹਉਮੈ, ਜੋ ਇਹਦਾ ਸਭ ਤੇ ਹੀ ਜ਼ਿਆਦਾ ਬੁਰਾ ਵਾਰ ਆ। ਔਰ ਹਉਮੈ ਦਾ ਔਰ ਨਾਮ ਦਾ ਬਹੁਤ ਵਿਰੋਧ ਆ। ਮਹਾਰਾਜ ਕਹਿੰਦੇ ਹਉਮੈ ਨਾਮ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਉਹ ਏਦਾਂ ਦੀ ਚਾਲ ਮਨ ਚੱਲਦਾ ਆ, ਕਾਲ ਚੱਲਦਾ ਆ, ਕਿ ਮਨ ਫਟਾਫਟ ਦਰਾਂ ਤੇ ਥੱਲੇ ਆ ਕੇ ਗਿਰ ਜਾਂਦਾ ਆ, ਕਿਉਂਕਿ ਉਹਨੂੰ ਇਹ ਬਹੁਤ ਤਰੀਕੇ ਨਾਲ ਕਾਰਵਾਈ ਪਾਉਂਦਾ ਆ। ਬਸ ਕਾਲ ਦਾ ਇੱਕ ਹੀ ਕਾਰਵਾਈ ਹੁੰਦੀ ਹੈ, ਮਨ ਨੂੰ ਭਾਵੇਂ ਤਮੋ ਗੁਣੀ ਹੋ ਜਾ, ਰਜੋ ਹੋ ਜਾ, ਜਾਂ ਭਾਵੇਂ ਤੁਰਦਿਆਂ ਤੁਰਦਿਆਂ ਸਤੋ ਹੋ ਜਾਵੇ, ਬਸ ਉਹਨੂੰ ਹਉਮੈ ਦਾ ਭਾਵ ਆ, ਉਹਨੂੰ ਹਉਮੈ ਹੋ ਜਾਣੀ ਚਾਹੀਦੀ ਆ ਮਨ ਨੂੰ। ਇਹ ਹਉਮੈ ਹੀ ਤਾਂ ਕੰਧ ਬਣ ਕੇ ਖੜੀ ਆ। ਇਸ ਕਰਕੇ ਜਿੰਨੀ ਨਿਮਰਤਾ ਦੇ ਵਿੱਚ ਆਪਾਂ ਵਿਚਰੇਂਗੇ, ਹਾਂਜੀ ਸਤ ਵਚਨ ਜੀ, ਹਾਂਜੀ ਸਤ ਵਚਨ ਜੀ, ਉਹਦਾ ਗਿਆਨ ਦੇ ਵਿੱਚ ਵਿਚਾਰ ਲਓ ਕਿ ਆ ਠੀਕ ਆ ਕਿ ਗਲਤ ਆ, ਲੇਕਿਨ ਆਪਾਂ ਹਾਂਜੀ ਠੀਕ ਆ ਸਤ ਵਚਨ ਜੀ। ਫੇਰ ਹੀ ਜਾ ਕੇ ਮਨ ਸਹਿਜ ਦੇ ਵਿੱਚ ਅੰਦਰ ਜਾ ਕੇ ਇਹ ਵਿਚਾਰ ਸਕਦਾ ਵੀ ਇਹ ਜਿਹੜੀ ਵਿਚਾਰ ਚੱਲ ਰਹੀ ਹੈ ਠੀਕ ਆ ਕਿ ਗਲਤ ਆ। ਜੇ ਬਿਨਾਂ ਵਿਚਾਰੇ ਹੀ ਅੱਗੇ ਤੋਂ ਤਰਕ ਕਰਨਾ ਸ਼ੁਰੂ ਕਰ ਦਿੰਦਾ ਆ, ਵਿਚਾਰ ਫੁਰਨੇ ਬਣਾਉਣੇ ਸ਼ੁਰੂ ਕਰ ਦਿੰਦਾ ਆ, ਉੱਥੇ ਹੀ ਫਸ ਜਾਂਦਾ ਆ। ਇਸ ਕਰਕੇ ਸਹਿਜਤਾ ਦੇ ਵਿੱਚ ਸੁਣ ਕੇ ਹਾਂਜੀ ਠੀਕ ਆ ਸਤ ਵਚਨ ਵਾਹਿਗੁਰੂ ਇਹ ਕਹਿ ਕੇ ਅੱਗੇ ਤੁਰ ਜਾਣ,
ਉਹ ਤੋਂ ਵਿਚਾਰ ਕਰ ਲੈਣੀ ਵੀ ਆ ਠੀਕ ਆ ਕਿ ਗਲਤ ਆ, ਜੇ ਠੀਕ ਆ ਤਾਂ ਫਿਰ ਠੀਕ ਆ, ਜੇ ਨਹੀਂ ਠੀਕ ਆ ਤਾਂ ਉੱਥੇ ਹੀ ਛੱਡ ਦਿਆ ਕਰਨਾ, ਕੋਈ ਗੱਲ ਨਹੀਂ। ਬਹੁਤਾ ਉਸ ਵਿਚਾਰ ਦੇ ਵਿੱਚ ਜਾਣਾ ਹੀ ਨਹੀਂ। ਇਸ ਤਰੀਕੇ ਨਾਲ ਹੌਲੀ-ਹੌਲੀ ਮਨ ਸਿੱਖੂਗਾ। ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਆ ਜੀ ਸਾਰੇ ਹੀ ਪਰਿਵਾਰ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਕੀਤੀ ਆ। ਵਿਚਾਰ ਕਰਦਿਆਂ ਹੋਇਆ ਕੋਈ ਸ਼ਬਦ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਬੋਲਾ ਗਿਆ ਹੋ, ਆਪ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਜੀ, ਬਖਸ਼ ਦੇਣਾ ਵਾਹਿਗੁਰੂ। ਆਓ ਸਾਰਾ ਹੀ ਪਰਿਵਾਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।